अजय नहीं अजय समझा फिर समझूगा कद इन्हें समझा के हटांगे असी। ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵਿੱਚ ਗੁੱਸਾ ਪੂਰੀ ਤਰ੍ਹਾਂ ਬਰਕਰਾਰ ਹੈ ਤੇ 26 27 ਦੀ ਤਿਆਰੀ ਪੂਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ। ਇਹਦੇ ਵਿੱਚ ਹੀ ਅਸੀਂ ਦੇਖਦੇ ਹਾਂ ਜਦੋਂ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਬਿਆਨ ਆਉਂਦਾ ਕਿ ਜਿਸ ਤਰੀਕੇ ਦੇ ਵਿੱਚ ਨਾਲ ਹਰਿਆਣਾ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹਨੂੰ ਦਬਾਇਆ ਜਾ ਰਿਹਾ, ਇਸੇ ਤਰੀਕੇ ਦੇ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਇੰਨਾ ਪ੍ਰਦਰਸ਼ਨ ਨਾ ਹੁੰਦਾ ਜੇ ਕਾਂਗਰਸ ਦੀ ਸ਼ਹਿ ਨਾ ਹੁੰਦੀ। ਕਿੱਦਾਂ ਦੇਖਦੇ ਹੋ ਇਸ ਬਿਆਨ ਨੂੰ ਤੇ ਭਾਜਪਾ ਦੀ ਜਿਹੜੇ ਆਗੂਆਂ ਦੀ ਉਹਨਾਂ ਦੀ ਸ਼ਬਦਾਵਲੀ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਉਹਨਾਂ ਦੀ ਸ਼ਬਦਾਵਲੀ ਬਿਲਕੁਲ ਗਲਤ ਹੈ ਜੀ। ਉਹ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ। ਕਿਸਾਨਾਂ ਨਾਲ ਪਹਿਲਾਂ ਵੀ ਕਈ ਵਾਰ ਮਜ਼ਾਕ ਕਰ ਚੁੱਕੇ ਆ ਵੀ ਆਓ ਸਾਡੀ ਗੱਲਬਾਤ ਕਰਾਉਂਦੇ ਆ ਦਿੱਲੀ ਜਾ ਕੇ, ਉੱਥੇ ਇੱਦਾਂ ਹੀ ਮੁੜਨਾ ਪਿਆ ਸਾਨੂੰ ਜਾ ਕੇ। ਹੁਣ ਇਹਨੂੰ ਪਤਾ ਲੱਗ ਜਾਏਗਾ ਗਰੇਵਾਲ ਸਾਹਿਬ ਨੂੰ ਇਲੈਕਸ਼ਨ ਆ ਰਹੀ ਬਾਈ ਵਾਲੀ ਵੀ ਪਿੰਡਾਂ ਦੇ ਵਿੱਚ ਵੜ ਕੇ ਦਿਖਾਵੇ ਨਾ ਕਿ ਰੋੜੇ ਵੱਜਿਆ ਤਾਂ ਕਿ ਉਹ ਇਹਨੂੰ ਭੱਜਣੇ ਦਾ ਨਹੀਂ ਥਾਣਾ। ਲੋਕਾਂ ਦੇ ਵਿੱਚ ਇੱਕ ਆਮ ਚਰਚਾ ਕਿ ਹੁਣ ਜਿਹੜਾ ਵਿਰੋਧ ਭਾਜਪਾ ਦਾ ਹੋ ਰਿਹਾ, ਅੱਜ ਜੇਕਰ ਇਹ ਕਾਨੂੰਨ ਨਾ ਆਉਂਦੇ ਤਾਂ ਇਹ ਵਿਰੋਧ ਕਾਂਗਰਸ ਦਾ ਤੇ ਅਕਾਲੀਆਂ ਦਾ ਹੋਣਾ ਸੀ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਇਹ ਕਾਨੂੰਨ ਨਾ ਲੈ ਕੇ ਆਂਦੀ ਤੇ ਅਕਾਲੀਆਂ ਕਾਂਗਰਸਾਂ ਦਾ ਵਿਰੋਧ ਉਹਨਾਂ ਹੁਣ ਬੀਜੇਪੀ ਨੂੰ ਹੋ ਰਿਹਾ, ਪਹਿਲਾਂ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਜਵਾਬ ਦੇਣਾ ਪੈਂਦਾ? ਹਾਂ ਇਹ ਤਾਂ ਸੱਚ ਹੈ ਜੀ, ਸੱਚ ਹੈ ਜੀ। ਤਾਂ ਇੱਕ ਗੱਲ ਹੋਰ ਹੈ ਬਾਈ ਜੀ, ਇਹਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ 30 ਕਿਸਾਨ ਜਥੇਬੰਦੀਆਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਤਾਂ ਰੇਲ ਪਟੜੀਆਂ ਖਾਲੀ ਕਰ ਦਿੱਤੀਆਂ ਸੀ ਪਹਿਲਾਂ ਵੀ ਤੇ ਤੁਸੀਂ ਰੇਲਾਂ ਲਿਆਓ, ਮੁਸਾਫਰ ਗੱਡੀਆਂ ਵਿੱਚ ਚਲਾ ਲਓ, ਪਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਬਈ ਰੇਲਾਂ ਚੱਲਣ ਦਿੰਦੇ, ਮੁਸਾਫਰ ਰੇਲਾਂ ਨਹੀਂ ਚੱਲਣ ਦਿੰਦੇ, ਇਕੱਲੀ ਮਾਲ ਗੱਡੀਆਂ ਚੱਲਣ ਦੇਵਾਂਗੇ। ਕਿੱਦਾਂ ਦੇਖਦੇ ਹੋ ਇਸ ਫੈਸਲੇ ਨੂੰ? ਦੇਖੋ ਜੀ, ਸਾਰੇ ਜਥੇਬੰਦੀਆਂ ਨੇ ਮਿਲ ਕੇ ਫੈਸਲਾ ਕੀਤਾ ਹੈ ਜੋ ਉਹਨਾਂ ਠੀਕ ਹੀ ਕੀਤਾ ਹੈ ਤੇ ਬਾਕੀ ਰਹੇ ਇੱਕ ਜਥੇਬੰਦੀ ਦਾ ਫੈਸਲਾ ਹੈ, ਉਹਨਾਂ ਦਾ ਆਪਣਾ ਮਨ ਦੇ ਵਿਚਾਰ ਨੇ। ਚਲੋ ਉਹਨਾਂ ਦੇ ਮਨ 'ਚ ਰੋਸ ਹੈਗਾ ਕਿ ਸਰਕਾਰ ਨੇ ਅੜੀ ਪਕਾਈ ਹੈ ਆਪਣੀ ਵੀ ਅਸੀਂ ਮਾਲ ਗੱਡੀਆਂ ਤਾਂ ਹੀ ਚਲਾਵਾਂਗੇ ਜੇ ਪੈਸੰਜਰ ਚਲਾਵਾਂਗੇ। ਤੁਹਾਨੂੰ ਲੱਗਦਾ ਕਿ ਜੇਕਰ ਉਹ ਨਹੀਂ ਚਲਾਉਂਦੇ ਰੇਲ ਗੱਡੀਆਂ ਤਾਂ ਫਿਰ ਕੇਂਦਰ ਨੂੰ ਇੱਕ ਉਹਨਾਂ ਨੂੰ ਬਹਾਨਾ ਮਿਲ ਜੂਗਾ ਤੇ ਜਾਂ ਫਿਰ ਉਹ ਕਹਿਣਗੇ ਜਾਂ ਵੀ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਤੁਸੀਂ ਕਹਿ ਰਹੇ ਹੋ, ਇੱਕ ਪਾਸੇ ਤਾਂ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਧਰਨੇ ਚੁਕਾ ਦਿੱਤੇ, ਇੱਕ ਪਾਸੇ ਅਜੇ ਵੀ ਇੱਕ ਜਥੇਬੰਦੀ ਕਹਿ ਰਹੀ ਹੈ ਅਸੀਂ ਨਹੀਂ ਚੱਲਣ ਦੇਵਾਂਗੇ, ਤੇ ਤਲਖੀ ਵਾਲਾ ਮਾਹੌਲ ਫਿਰ ਨਹੀਂ ਪੈਦਾ ਹੋਏਗਾ? ਨਹੀਂ ਕਿਵੇਂ ਹੋਊਗਾ ਜੀ? ਦੇਖੋ ਇੱਕ ਜਥੇਬੰਦੀ ਉਹ ਅੰਮ੍ਰਿਤਸਰ ਹੀ ਬੈਠੀ ਹੈ, ਹੋਰ ਰੂਟ ਤਾਂ ਸਾਰੇ ਵਿਹਲੇ ਨੇ, ਉਹ ਹੋਰਾਂ ਦੇ ਚਲਾਣ। ਜਦੋਂ ਉਹ ਟ੍ਰੇਨਾਂ ਸਾਰੀ ਚਲਾਣਗੇ, ਜੇ ਕੇਂਦਰ ਪਹਿਲ ਕਦਮੀ ਕਰੂਗਾ ਤਾਂ ਸਾਡੀ ਮਨਜ਼ੂਰ ਕਿਸਾਨ ਜਥੇਬੰਦੀ ਜਿਹੜੀ ਬੈਠੀ ਹੈ ਧਰਨੇ ਤੇ ਬੈਠੀ ਹੈ ਉਹ ਵੀ ਇਸ ਬਾਰੇ ਵਿਚਾਰ ਕਰੂਗੀ ਕਿ ਕੇਂਦਰ ਨੇ ਗੱਲ ਮੰਨੀ ਹੈ। ਜੇ ਕੇਂਦਰ ਟ੍ਰੇਨਾਂ ਨਹੀਂ ਚਲਾਉਂਦਾ ਪਹਿਲਾਂ, ਜਦੋਂ ਤੱਕ ਟ੍ਰੇਨਾਂ ਚੱਲਦੀ ਨਹੀਂ ਅਸੀਂ ਕੇਂਦਰ ਦੇ ਫੈਸਲੇ ਨਾਲ ਸਹਿਮਤ ਨਹੀਂ ਹੈਗੇ, ਸਮਝਦੇ ਨਹੀਂ ਹੈਗੇ ਵੀ ਜਦੋਂ ਤੱਕ ਜਦ ਟ੍ਰੇਨਾਂ ਚੱਲਣਗੀਆਂ ਉਦੋਂ ਹੀ ਪਤਾ ਲੱਗੂਗਾ। ਤਿਆਰੀਆਂ ਕਿਹੋ ਜਿਹੀਆਂ ਨੇ 26 ਨੂੰ ਲੈ ਕੇ? ਤਿਆਰੀਆਂ ਕਿਹੋ ਜਿਹੀਆਂ ਨੇ ਤੁਹਾਡੀਆਂ? ਤਿਆਰੀਆਂ ਪੂਰੀਆਂ ਨੇ। ਦੇਖੋ ਅਸੀਂ ਹਰ ਰੋਜ਼ ਸਵੇਰ ਤੋਂ ਲੈ ਕੇ 6 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਅਸੀਂ ਫੰਡ ਤੇ ਰਾਸ਼ਨ ਇਕੱਠਾ ਕਰ ਰਹੇ ਹਾਂ ਤੇ ਸਾਨੂੰ ਇੰਨਾ ਰਿਸਪੌਂਸ ਹੈ ਲੋਕਾਂ ਦਾ। ਉਹ ਕਹਿ ਰਹੇ ਆ ਵੀ ਤੁਸੀਂ 1 ਸਾਲ ਦਾ ਰਾਸ਼ਨ ਦੇ ਰਹੇ ਆ ਸਾਨੂੰ। ਉਹ ਕਹਿੰਦੇ ਤੁਸੀਂ 2024 ਤੱਕ ਬੈਠੇ ਰਹੋ, ਤੁਹਾਨੂੰ ਪਿੱਛੋਂ ਪਰਵਾਹ ਨਹੀਂ। ਅਸੀਂ ਟੀਮਾਂ ਬਣਾਤੀਆਂ, ਸਾਡੀ ਟੀਮਾਂ ਪਿੱਛੋਂ ਸਾਡੀ ਵਰਕ ਕਰਨਗੀਆਂ, ਟੋਲ ਟੈਕਸ ਤੇ ਬੈਠਣਗੀਆਂ, ਜਿਹੜੇ ਧਰਨੇ ਤੇ ਬੈਠਣਗੀਆਂ ਉਹੀ ਸਾਨੂੰ ਪਿੱਛੋਂ ਸਾਰੇ ਹੀ ਰਾਸ਼ਨ ਦੇਣਗੀਆਂ। ਜੇਕਰ ਕੁਝ ਕਿਸਾਨ 26 ਜਾਂ 27 ਨੂੰ ਦਿੱਲੀ ਜਾਂਦੇ ਨੇ ਤੇ ਜਿਹੜੇ ਇੱਥੇ ਧਰਨੇ ਲੱਗੇ ਹੋਏ ਨੇ ਉਸੇ ਤਰ੍ਹਾਂ ਬਰਕਰਾਰ ਰਹਿਣਗੇ? ਬਿਲਕੁਲ ਰਹਿਣਗੇ ਜੀ। ਅਸੀਂ ਟੀਮਾਂ ਬਣਾਤੀਆਂ ਆਪਣੀਆਂ 11 ਮੈਂਬਰੀ, ਇੱਕ ਮੈਂਬਰੀ ਕਮੇਟੀ। ਜੋ ਸਾਡੇ ਬਜ਼ੁਰਗ ਨੇ ਉਹ ਇੱਥੇ ਮੋਰਚਾ ਸਾਂਭਣਗੇ, ਟੋਲ ਟੈਕਸਾਂ ਤੇ ਸਾਰਾ ਹੀ ਪੰਪਾਂ ਦਾ ਜੋ ਅਸੀਂ ਧਰਨੇ ਲਾਏ ਹੋਏ ਸਾਰਿਆਂ ਦਾ ਸਾਂਭਣਗੇ। ਅਸੀਂ ਦਿੱਲੀ ਤੇ ਕੂਚ ਕਰਾਂਗੇ। ਕਿਹੜੇ ਵਾਲੇ ਪਾਸੇ ਨੂੰ ਤੁਸੀਂ ਦਿੱਲੀ ਕੂਚ ਕਰਨ ਦੀ ਤਿਆਰੀ ਹੈ? ਤੁਹਾਡੀ ਰਣਨੀਤੀ ਕੀ ਹੈ ਵੀ ਕਿਹੜੇ ਵਾਲੇ ਪਾਸੇ ਜਾਓਗੇ? ਸ਼ੰਭੀ ਬਾਰਡਰ ਵੱਲ ਨੂੰ ਜਾਓਗੇ ਜਾਂ ਕੋਈ ਹੋਰ ਤੁਹਾਡਾ ਇੱਕ ਸੋਚਿਆ ਹੋਇਆ ਵੀ ਉਧਰ ਨੂੰ ਜਾਓਗੇ? ਅਸੀਂ ਤੇ ਦੇਖੋ ਫੈਸਲਾ ਕਰਿਆ, ਸਾਡਾ ਮੋਹਾਲੀ ਜ਼ਿਲ੍ਹਾ ਹੈ, ਅਸੀਂ ਇੱਥੋਂ ਲਾਲੜੂ ਨੂੰ ਕੂਚ ਕਰਾਂਗੇ, ਝਰਮੜੀ ਨੂੰ, ਝਰਮੜੀ ਬਾਰਡਰ ਨੂੰ। ਕਿੰਨੇ ਕੁ ਕਿਸਾਨ ਜਥੇਬੰਦੀਆਂ ਜਾਂ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ? ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇੱਥੋਂ ਤੁਸੀਂ ਇਕੱਠ ਕਰਕੇ ਦਿੱਲੀ ਵੱਲ ਨੂੰ ਚੱਲੋਗੇ? ਇਕੱਠ ਤਾਂ ਇੱਥੇ ਗਿਣਤੀ ਨਹੀਂ ਹੋਣੀ, ਤੁਸੀਂ ਦੇਖਿਓ ਆ ਕੇ ਇੱਥੇ ਗਿਣਤੀ ਨਹੀਂ ਹੋਣੀ। ਮੋਹਾਲੀ ਜ਼ਿਲ੍ਹੇ ਤੁਸੀਂ ਸਾਰਾ ਮੋਹਾਲੀ ਜ਼ਿਲ੍ਹਾ ਬਾਹਰ ਖੜਿਆ, ਅਸੀਂ ਫੰਡ ਲੈਣ ਜਾਂਦੇ ਆ, ਸਾਨੂੰ ਮਾਤਾਵਾਂ ਭੈਣਾਂ ਦੇ ਕਹਿਤਾ ਆਪਣੇ ਨਾਮ ਲਿਖਾਤੇ ਨੇ ਵੀ ਅਸੀਂ ਸਾਰੇ ਜਾ ਰਹੇ ਹਾਂ। ਟਰੈਕਟਰ ਟਰੈਲੀਆਂ ਹਰ ਇੱਕ ਪਿੰਡ 'ਚੋਂ 10-10 ਟਰੈਕਟਰ ਟਰੈਲੀਆਂ ਤਿਆਰ ਨੇ। ਜਿਹੜੀ ਕਾਰਾਂ ਤੇ ਮੋਟਰਸਾਈਕਲ ਨੇ ਉਹ ਅੱਡ ਨੇ, ਟਰੈਕਟਰ ਟਰੈਲੀਆਂ ਤਿਆਰ ਨੇ 10-10 ਹਰ ਇੱਕ ਪਿੰਡ 'ਚੋਂ। ਵੱਧੋ ਹੀ ਹੋਣਗੀਆਂ, ਬੱਸਾਂ ਵੀ ਲੈ ਜਾਾਂਗੇ ਅਸੀਂ, ਟਰੱਕ ਕੈਂਟਰ ਜੋ ਵੀ ਸਾਧਨ ਸਾਰੇ ਟੈਂਕ ਜਾਣਗੇ। ਜੇਕਰ ਤੁਹਾਨੂੰ ਹਰਿਆਣੇ ਵਾਲੇ ਰੋਕਦੇ ਨੇ, ਤੁਹਾਨੂੰ ਲੱਗਦਾ ਕਿ ਤੁਸੀਂ ਸੜਕ ਜਾਮ ਕਰ ਲਓਗੇ? ਕਿਉਂਕਿ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੱਥੇ ਵੀ ਸਾਨੂੰ ਰੋਕਾਂਗੇ ਅਸੀਂ ਉੱਥੇ ਹੀ ਸੜਕ ਜਾਮ ਕਰ ਦਿਆਂਗੇ। ਤੁਸੀਂ ਆਮ ਲੋਕਾਂ ਨੂੰ ਅਪੀਲ ਕਰ ਰਹੇ ਹੋ ਕਿ ਉਸ ਦਿਨ ਭਾਈ ਤੁਸੀਂ ਜੇ ਜ਼ਰੂਰੀ ਕੰਮ ਨਹੀਂ ਤਾਂ ਘਰੋਂ ਨਾ ਨਿਕਲੋ ਕਿਉਂਕਿ ਜਾਮ ਵੀ ਲੱਗ ਸਕਦਾ? ਬਿਲਕੁਲ ਜੀ, ਅਸੀਂ ਇਹ ਅਪੀਲ ਸਾਰੇ ਤੁਹਾਡੇ ਮਾਧਿਅਮ ਰਾਹੀਂ ਕਰਨਾ ਚਾਹੁੰਦੇ, ਚੈਨਲ ਰਾਹੀਂ, ਕਿ ਕੋਈ ਵੀ ਮੇਰਾ ਵੀਰ 26 ਤੇ 27 ਨੂੰ ਜੇ ਅਤੀ ਜ਼ਰੂਰੀ ਕੰਮ ਨਾ ਹੋਵੇ ਉਹ ਬਾਹਰ ਨਾ ਨਿਕਲੇ, ਕਿਉਂਕਿ ਅਸੀਂ ਜਿੱਥੇ ਰੋਕ ਲਿਆ ਅਸੀਂ ਉੱਥੇ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਕਰ ਦੇਣੇ ਨੇ ਜਦੋਂ ਤੱਕ ਸਾਨੂੰ ਦਿੱਲੀ ਐਂਟਰ ਨਹੀਂ ਹੋਣ ਦਿੰਦੇ। ਉਹ ਅਸੀਂ ਉੱਥੇ ਜਾਮ ਲਾ ਕੇ ਬੈਠਾਂਗੇ। ਸਾਡੀ ਇਹੀ ਸ਼ਰਤ ਹੋਊਗੀ, ਸਾਨੂੰ ਦਿੱਲੀ ਜਾਣ ਦਿਓ, ਨਹੀਂ ਅਸੀਂ ਜਾਮ ਨਹੀਂ ਖੋਲ੍ਹਦੇ, ਅਸੀਂ ਬੰਦ ਰੱਖਾਂਗੇ। ਤੇ ਸਾਰਿਆਂ ਨੂੰ, ਮੇਰੀ ਮੁਸਾਫਰਾਂ ਨੂੰ, ਆਪਣੇ ਭਾਈਚਾਰੇ ਨੂੰ ਬੇਨਤੀ ਹੈ, ਪਰੇਸ਼ਾਨ ਹੋਣ ਨਾਲੋਂ ਉਹ 26-27 ਤੋਂ ਬਾਅਦ ਆਪਣਾ ਪ੍ਰੋਗਰਾਮ ਕੈਂਸਲ ਕਰਨ ਜੇ ਜ਼ਰੂਰੀ ਨਹੀਂ ਹੈ। ਅਸੀਂ ਜ਼ਰੂਰੀ ਜਿਹੜੀ ਐਂਬੂਲੈਂਸ ਹੋਗੀ ਸਾਰਿਆਂ ਨੂੰ ਰਸਤਾ ਦੇਵਾਂਗੇ, ਐਮਰਜੈਂਸੀ ਨੂੰ ਦੇਵਾਂਗੇ, ਜ਼ਰੂਰ ਦੇਵਾਂਗੇ, ਪਹਿਲਾਂ ਜਿਵੇਂ ਦੇ ਸੀਗਾ ਧਰਨੇ 'ਚ। ਬਿਲਕੁਲ ਅਣਮਿੱਥੇ ਸਮੇਂ ਲਈ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਜੇਕਰ ਲੋਕ ਫਿਰ ਵੀ ਕਿਸਾਨਾਂ ਦੀ ਗੱਲ ਨਹੀਂ ਮੰਨਦੇ ਜਾਂ ਫਿਰ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਗੱਲ ਮੰਨਦੀ ਤਾਂ ਸੜਕ ਜਾਮ ਵੀ ਹੋ ਸਕਦੀ ਹੈ। ਤੇ ਆਮ ਲੋਕ ਵੀ ਇਸ ਗੱਲ ਨੂੰ ਜ਼ਰੂਰ ਸਮਝ ਲੈਣ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਸੜਕਾਂ ਦੇ ਉੱਤੇ ਬਾਹਰ ਨਾ ਜਾਇਆ ਜਾਵੇ, ਕਿਉਂਕਿ ਹੋ ਸਕਦਾ ਸੜਕ
ਜਾਮ ਹੋ ਜਾਵੇ ਤੇ ਕਿਤੇ ਤੁਸੀਂ ਜਾਮ ਦੇ ਵਿੱਚ ਵੀ ਫਸ ਸਕਦੇ ਹੋ। ਇਸ ਕਰਕੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਸਾਡਾ ਸਾਥ ਦਿਓ, ਕਿਰਪਾ ਕਰਕੇ ਸੜਕਾਂ ਦੇ ਉੱਤੇ ਨਾ ਆਓ, ਕਿਉਂਕਿ ਜਾਮ ਵਰਗੀ ਸਥਿਤੀ ਵੀ ਬਣ ਸਕਦੀ ਹੈ ਪੰਜਾਬ ਦੇ ਵਿੱਚ। ਕੀ ਲੱਗਦਾ ਕਿ ਕਿੰਨਾ ਕੁ ਜਾਮ ਹੋ ਸਕਦਾ ਜਾਂ ਕਿੰਨੀ ਕੁ ਗਿਣਤੀ ਦੇ ਵਿੱਚ ਤੁਸੀਂ ਇੱਥੋਂ ਜਾਣ ਦੀ? ਭਾਈ ਜੀ ਕੋਈ ਅੰਦਾਜ਼ਾ ਨਹੀਂ ਹੈ ਵੀ ਕਿੰਨਾ ਕੁ ਲੱਗੇਗਾ, ਇਹ ਅਸੀਂ ਕਹਿ ਨਹੀਂ ਸਕਦੇ। ਜਾਮ ਦਾ ਇੰਨਾ ਲੱਗੂਗਾ, ਨਾ ਕਦੇ ਸੰਸਾਰ 'ਚ ਦੁਨੀਆ 'ਚ ਇਹੋ ਜਿਹਾ ਜਾਮ ਲੱਗਿਆ, ਨਾ ਕਿਸੇ ਨੇ ਲਾਉਣਾ ਬਾਅਦ 'ਚ ਸਾਡੇ। ਇਹਦਾ ਮਤਲਬ ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਜਾਂ ਰਾਹ ਪਿਆ ਜਾਣੀ ਹੈ ਜਾਂ ਬਾਹ ਪਿਆ ਜਾਣੀ ਹੈ। ਮੋਦੀ ਨਾਲ ਰਾਹ ਔਰ ਬਾਹ ਹੁਣੇ ਪਿਆਏਗਾ। ਇਹਨੂੰ ਪ੍ਰਧਾਨ ਮੰਤਰੀ ਬਣਨ ਦਾ ਤਜਰਬਾ ਦਿਖਾਣਾ ਵੀ ਇਹ ਮਤਲਬ ਇਹ ਬਣਾਇਆ ਕਾਹਦੇ ਵਾਸਤੇ। ਜੇਕਰ ਬਾਪੂ ਜੀ ਇਹ ਸੰਘਰਸ਼ ਸਫਲ ਹੋ ਜਾਂਦਾ ਤਾਂ ਜਿਹੜੇ ਆਉਣ ਵਾਲੇ ਸੰਘਰਸ਼ ਹੋਣਗੇ ਕਈ ਸਾਲਾਂ ਦੇ ਵਿੱਚ ਇਤਿਹਾਸ ਦੇ ਵਿੱਚ, ਉਹਨਾਂ ਸੰਘਰਸ਼ਾਂ ਦੀ ਕਹਿੰਦੇ ਰੂਪਰੇਖਾ ਬਦਲ ਜਾਣੀ ਹੈ। ਕਿ ਤੁਹਾਨੂੰ ਲੱਗਦਾ ਕਿ ਜੇਕਰ ਅੱਜ ਸੰਘਰਸ਼ ਸਫਲ ਹੁੰਦਾ ਤੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਸੰਘਰਸ਼ ਹੋਣਗੇ ਉਹਨਾਂ ਦੀ ਇੱਕ ਰੂਪਰੇਖਾ ਹੀ ਬਦਲ ਜਾਏਗੀ? ਇਸ ਤੇ ਵੀ ਜ਼ਬਰਦਸਤ ਹੋਣਗੇ ਜੀ। ਜਿਹੜਾ ਹੁਣ ਲਿਖਤੀ ਰੂਪ 'ਚ ਆਏਗਾ ਨਾ, ਉਹ ਇਹਦੇ ਨਾਲੋਂ ਵੀ ਮੁੰਡੇ ਹੋਰ ਸੰਘਰਸ਼ ਬਹੁਤ ਤੇਜ਼ ਕਰਨਗੇ। ਸਾਡੇ ਨਾਲੋਂ ਮੁੰਡੇ ਤੇਜ਼ ਹੈ। ਸਾਨੂੰ ਇਹ ਮੋਬਾਈਲ ਚਲਾਉਣੇ ਨਹੀਂ ਆਉਂਦੇ। 5 ਸਾਲ ਦਾ ਬੱਚਾ ਇਹਦੀ ਕਨਕੇਰੀਆਂ ਕੱਢ ਦਿੰਦਾ ਹੈਗਾ। ਮੈਨੂੰ ਮੈਂ ਅੱਜ ਲਿਆ ਠੀਕ ਕਰਾ ਕੇ, ਮੈਨੂੰ ਚਲਾਉਣਾ ਨਹੀਂ ਆਉਂਦਾ। ਮੇਰੇ 1 ਸਾਲ ਦੀ ਕੁੜੀ ਹੈ, ਉਹ ਠੁੰਗਾ ਮਾਰਨੇ ਤੇ ਨਹੀਂ ਹਟਦੀ ਹੈ। ਯਕੀਨ ਮੰਨੋ, 1 ਸਾਲ ਦੀ ਕੁੜੀ ਆ, ਉਹ ਚਾਹੇ ਪੁੱਠਾ ਚਲੇ ਜਾਂ ਸਿੱਧਾ, ਉਹ ਠੁੰਗਾ ਮਾਰਦੀ ਹੈਗੀ। ਲੱਗਦਾ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਤੁਹਾਡੇ ਨਾਲੋਂ ਜ਼ਿਆਦਾ ਐਕਟਿਵ ਹੈ ਅੱਜ ਕੱਲ੍ਹ, ਕਿਉਂਕਿ ਫੋਨ ਦੇ ਉੱਤੇ। ਮੈਂ ਕਹਿੰਦਾ ਜੀ ਤੂਫਾਨ ਮੇਲ ਹੈ ਉਹ, ਐਕਟਿਵ ਨਾ ਤੁਸੀਂ ਕਹੋ, ਤੂਫਾਨ ਮੇਲ ਹੈ। ਮਿਗ ਜਹਾਜ਼ਾਂ ਵਾਂਗੂ ਹੈ ਉਹ। ਹਾਂ, ਸਾਡੇ ਨਾਲੋਂ ਤਾਂ ਬਹੁਤ ਤੇਜ਼ ਹੈ ਉਹ। ਤੁਸੀਂ ਐਂ ਦੇਖੋ, ਜਦ ਸਾਡੇ ਇਹ ਧਰਨੇ ਫੇਲ ਹੋ ਜਾਂਦੇ ਤੇ ਅਸੀਂ ਸਿਆਣੇ ਹੁੰਦੇ ਤੇ, ਅਨਪੜ੍ਹ ਹੁੰਦੇ ਤੇ, ਸਾਨੂੰ ਹਾਂਜੀ ਹਾਂ ਫੈਸਲਾ ਹੋ ਗਿਆ ਪੱਲਾ ਹਿਲਾ ਦਿੰਦੇ ਤੇ। ਬਾਪੂ ਜੀ ਬਿਲਕੁਲ, ਮੈਂ ਇਹਦੇ ਨਾਲ ਹੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ। ਪਹਿਲਾਂ ਵੀ ਸੰਘਰਸ਼ ਹੁੰਦੇ ਰਹੇ ਨੇ ਤੇ ਤੁਹਾਨੂੰ ਇੱਥੇ ਬੈਠੇ ਨੂੰ ਇਹ ਪਤਾ ਲੱਗਦਾ ਸੀ ਵੀ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨੇ ਉਹਨੇ ਚੰਡੀਗੜ੍ਹ ਬੈਠ ਕੇ ਮੀਟਿੰਗ ਕਰ ਲਈ ਵੀ ਹਾਂ ਜੀ ਪਾਸ ਆ ਜੀ। ਹੁਣ ਇਹੋ ਜਿਹਾ ਪ੍ਰਦਰਸ਼ਨ ਹੋ ਰਿਹਾ ਕਿ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ ਤੇ ਕੋਈ ਵੀ ਲੀਡਰ ਇਸ ਗੱਲ ਨੂੰ ਮਤਲਬ ਖੁੰਝਣਾ ਨਹੀਂ ਚਾਹੁੰਦਾ, ਕਿਉਂਕਿ ਜੇਕਰ ਕੋਈ ਲੀਡਰ ਕੁਝ ਕਰਦਾ ਹੈਗਾ ਤੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਤਿੱਖੇ ਤਰੀਕੇ ਦੇ ਨਾਲ। ਆਪਾਂ ਦੇਖਦੇ ਹਾਂ ਲੱਖੋਵਾਲ ਸਾਹਿਬ ਨੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਰਜੀ ਪਾਈ ਤਾਂ ਬੜੇ ਸਾਰੇ ਲੋਕਾਂ ਨੇ ਵਿਰੋਧ ਕੀਤਾ ਉਹਦਾ। ਇਸ ਵਾਰੀ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਤੇ ਕਿਸਾਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਨੇ, ਕੁਝ ਨਾ ਕੁਝ ਕਿਸਾਨ ਖੱਟ ਲੈਣਗੇ ਜੀ? ਕਿਹੜੀ ਚੀਜ਼ ਖਟੂਗੇ ਜੀ? ਵੀ ਇਹ ਕਾਨੂੰਨਾਂ ਨੂੰ ਵਾਪਸ ਕਰਾ ਲੈਣਗੇ ਜੀ? ਹਾਂਜੀ ਹਾਂ, ਕਾਨੂੰਨ ਤਾਂ ਵਾਪਸ ਹੋਏ। ਤੁਹਾਡੇ ਤਜਰਬਾ ਦੇਖੋ, ਮੇਰੀ ਗੱਲ ਸੁਣੋ। ਤੁਸੀਂ ਤਾਂ ਅਜੇ ਬੱਚੇ ਹੈਗੇ। ਹੁਣ ਜਿਹੜੇ ਕਿਸਾਨ ਹੈਗੇ ਨਾ, ਉਹ ਪਿਛਲੀ ਪੀੜ੍ਹੀਆਂ ਦੇ ਕਿਸਾਨ ਨਹੀਂ ਰਹੇ। ਹੁਣ ਤਾਂ ਜਦ ਤੱਕ ਰਿਟਰਨ ਨਹੀਂ ਉਹ ਦਿੰਦੇ ਸਾਨੂੰ, ਪੂਰਾ ਲਿਖ ਕੇ ਨਹੀਂ ਅਸੀਂ ਲੰਦੇ, ਜਦ ਤੱਕ ਇਹ ਧਰਨਾ ਚੱਲਦਾ ਹੀ ਰਹੇਗਾ। ਇਸ ਵਾਰੀ ਪੂਰਾ ਭਰੋਸਾ